Hello students, this is Ritu Walia, your elective English teacher. Students, today we will do your third poem, My Native Land. My native land means मेरे देश दी धरती. So, from the very name of the poem, this is very clear that this poem is about patriotism. ਦੇਸ਼ ਭਗਤੀ ਦੇ ਬਾਰੇ ਹੀ ਇਹ ਪੋਇਮ ਹੈ. ਮਾਈ ਨੇਟਿਵ ਲੈਂਡ, ਸਭ ਤੋਂ ਪਹਿਲਾਂ ਅਸੀਂ ਪੋਇਮ ਸਟਾਰਟ ਕਰਨ ਤੋਂ ਪਹਿਲਾਂ ਕੀ ਕਰਦੇ ਹੁੰਦੇ ਹੈ, ਰਾਈਮ ਸਕੀਮ ਦੀ ਗੱਲ ਕਰਦੇ ਹਾਂ. ਔਰ ਰਾਈਮ ਸਕੀਮ ਬੇਟਾ ਤੁਹਾਡੇ ਇਸ ਕਲਾਸ ਲਈ 11th ਲਈ ਇੰਨੀ ਇੰਪੋਰਟੈਂਟ ਨਹੀਂ ਹੈ, ਬਟ ਫॉर 12th ਕਲਾਸ ਔਰ ਫॉर ਫਰਦਰ ਇਨ ग्रेजुएशन और इन पोस्ट ग्रेजुएशन ਤੁਹਾਨੂੰ ਰਾਈਮ ਸਕੀਮ ਦੀ ਜ਼ਰੂਰਤ ਪਏਗੀ. ਔਰ ਵੈਸੇ ਵੀ ਇਲੈਕਟਿਵ ਇੰਗਲਿਸ਼ ਦੇ ਸਟੂਡੈਂਟ ਹੋਣ ਕਰਕੇ ਯੂ ਮਸਟ ਨੋ ਵਟ ਇਜ਼ ਅ ਰਾਈਮ ਸਕੀਮ ਆਫ ਐਨੀ ਪੋਇਮ. ਸੋ ਇਟਸ ਵੈਰੀ ਈਜ਼ੀ ਕਿ ਇਹਨੂੰ ਆਈ ਥਿੰਕ ਤੁਹਾਨੂੰ ਸਾਰਿਆਂ ਨੂੰ ਇਹ ਹੁਣ ਕਰਨੀ ਆਉਂਦੀ ਹੋਏਗੀ. ਫਸਟ ਟੂ ਪੋਇਮਸ 'ਚ ਮੈਂ ਬੜਾ ਹੀ ਡਿਟੇਲ 'ਚ ਸਮਝਾਇਆ ਕਿ ਰਾਈਮ ਸਕੀਮ ਕਿੱਦਾਂ ਦੇਖਦੇ ਹੈ, ਪਰ ਮੈਂ ਇਸ ਪੋਇਮ ਵਿੱਚ ਤੁਹਾਨੂੰ ਦੁਬਾਰਾ ਤੋਂ ਸਮਝਾਉਂਦੀ ਹਾਂ. ਫਸਟ ਟੂ ਸਟੈਂਡਰਡ ਦੀ ਮੈਂ ਸਮਝਾਵਾਂਗੀ ਔਰ ਬਾਕੀਆਂ ਦੀ ਤੁਸੀਂ ਖੁਦ ਹੀ ਦੇਖਣੀ ਹੈ ਕਿ ਕੀ ਰਾਈਮ ਸਕੀਮ ਬਣਦੀ ਹੈ. ਹੁਣ ਦੇਖੋ, ਵੈਸੇ ਮੋਸਟਲੀ ਕੀ ਹੁੰਦਾ ਹੈ, ਜਿਹੜੀ ਇੱਕ ਸਟੈਂਡਰਡ ਦੀ ਰਾਈਮ ਸਕੀਮ ਹੈ ਹੁਣ ਤੱਕ ਜਿਹੜੀਆਂ ਤੁਹਾਡੀਆਂ ਪੋਇਮਸ ਆਈਆਂ ਆਲਮੋਸਟ ਬਾਕੀਆਂ ਦੀ ਵੀ ਸੇਮ ਹੁੰਦੀ ਹੈ, ਪਰ ਜ਼ਰੂਰੀ ਨਹੀਂ ਹੈ. ਕਈ ਵਾਰੀ ਫਸਟ ਪੈਰਾ ਸਟੈਂਡਰਡ ਦੀ ਕੋਈ ਹੋਰ ਰਾਈਮ ਸਕੀਮ ਹੁੰਦੀ, ਸੈਕਿੰਡ ਦੀ ਕੋਈ ਹੋਰ, ਐਂਡ ਦੈਨ ਇਹਦੇ ਪੈਟਰਨ ਆਪਣੇ ਆਪਣੇ ਚੱਲਦੇ ਹੈ, ਏ ਬੀ ਬੀ, ਠੀਕ ਹੈ, ਇਸ ਤਰ੍ਹਾਂ. ਹੁਣ ਅਸੀਂ ਫਸਟ ਦੀ ਆਪਾਂ ਲਾਸਟ ਜਿਹੜਾ ਵਰਡ ਹੈ ਪੜ੍ਹਦੇ ਹਾਂ, ਫਸਟ ਲਾਈਨ ਦਾ ਡੈਡ. ਅਸੀਂ ਇਹਨੂੰ ਦੇ ਦਿੱਤਾ ਨਾਮ ਏ, ਸਮॉल ਲੈਟਰ ਏ. ਦੈਨ ਸੈਟ. ਹੁਣ ਡੈਡ ਐਂਡ ਸੈਟ ਰਾਈਮ ਕਰ ਰਿਹਾ, ਇਸ ਕਰਕੇ ਇਹਨੂੰ ਵੀ ਅਸੀਂ ਕਹਿਤਾ ਏ. ਲੈਂਡ. ਹੁਣ ਡੈਡ ਨਾਲ ਲੈਂਡ ਨਹੀਂ ਮੈਚ ਕਰ ਰਿਹਾ, ਲੈਂਡ ਬਰਨਡ ਇਹ ਮੈਚ ਕਰੇ, ਇਹਨਾਂ ਦਾ ਨਾਮ ਕੀ ਅਸੀਂ ਰੱਖਤਾ ਬੀ. ਸੋ ਸਾਡੀ ਰਾਈਮ ਸਕੀਮ ਕੀ ਹੋਗੀ, ਏ ਬੀ. ਦੈਨ ਨੈਕਸਟ ਦੇਖੋ, ਟਰਨਡ ਸਟ੍ਰੈਂਡ, ਦੋਨੋਂ ਸੇਮ ਹੈ. ਅਗੇਨ ਅਸੀਂ ਇਹਨੂੰ ਨਾਮ ਦਿੱਤਾ ਕਿਉਂਕਿ ਅਗਲਾ ਸਟੈਂਡਾ ਹੈ, ਫਿਰ ਦੁਬਾਰਾ ਨਾਮ ਦਿੱਤਾ ਏ. ਵੈਲ, ਹੁਣ ਇਹਨਾਂ ਨਾਲ ਮੈਚ ਨਹੀਂ ਕਰ ਰਿਹਾ, ਬਟ ਨੈਕਸਟ ਜਿਹੜਾ ਵਰਡ ਹੈ ਸਵੈਲ, ਦੇਖੋ ਮੈਚ ਕੀਤਾ, ਫਿਰ ਇਹਨਾਂ ਨੂੰ ਨਾਮ ਦਿੱਤਾ ਬੀ, ਏ ਬੀ. ਠੀਕ ਹੈ, ਹੁਣ ਇਹਨਾਂ ਦੋਨਾਂ ਦੀ ਰਾਈਮ ਸਕੀਮ ਤੁਹਾਨੂੰ ਪਤਾ ਲੱਗ ਗਈ. ਸੋ ਹੁਣ ਅਸੀਂ ਪੋਇਮ ਸਟਾਰਟ ਕਰਦੇ ਹਾਂ. breathes there the man with soul so dead. breathe ਦਾ ਮਤਲਬ ਸਾਹ ਲੈਣਾ, soul ਆਤਮਾ. ਕਹਿੰਦੇ ਉਹ ਇਨਸਾਨ ਸਾਹ ਤਾਂ ਲੈ ਰਿਹਾ ਹੈ, ਮਤਲਬ ਉਹ ਜ਼ਿੰਦਾ ਤਾਂ ਹੈ, ਬਟ ਉਸਦੀ ਆਤਮਾ ਮਰੀ ਹੁੰਦੀ ਹੈ. who never himself had said, ਜਿਨੇ ਕਦੀ ਵੀ ਆਪਣੇ ਆਪ ਨੂੰ ਨਹੀਂ ਕਿਹਾ ਹੁੰਦਾ. had said, ਠੀਕ ਹੈ, ਕਿਆ, never, ਕਦੀ ਨਹੀਂ ਕਿਹਾ ਹੁੰਦਾ. this is my own, my native land. ਇਹ ਮੇਰੀ ਆਪਣੀ, ਮੇਰੇ ਦੇਸ਼ ਦੀ ਧਰਤੀ ਹੈ. ਮਤਲਬ ਉਹਨੇ ਕਦੀ ਆਪਣੇ ਦੇਸ਼ 'ਤੇ ਮਾਣ ਹੀ ਨਹੀਂ ਫੀਲ ਕੀਤਾ ਹੁੰਦਾ, ਔਰ ਅਗਰ ਉਹ ਮਾਣ ਨਹੀਂ ਫੀਲ ਕਰਦਾ ਤੇ ਫਿਰ ਉਹ ਇਨਸਾਨ ਜ਼ਿੰਦਾ ਹੁੰਦੇ ਹੋਏ ਵੀ ਉਹ ਮਰਿਆਂ ਦੇ ਸਮਾਨ ਹੈ. whose heart hath never within him burned. ਉਸਦਾ ਦਿਲ, ਮਤਲਬ ਉਸ ਇਨਸਾਨ ਦਾ ਦਿਲ ਅੰਦਰ ਕਦੀ ਵੀ ਉਸ ਵਿੱਚ ਜਵਾਲਾ ਨਹੀਂ ਭਖਦੀ, ਮਤਲਬ ਉਸਨੂੰ ਆਪਣੇ ਦੇਸ਼ ਲਈ ਅਗਰ ਪਿਆਰ ਨਹੀਂ ਉਮੜਦਾ ਉਸਦੇ ਅੰਦਰੋਂ, ਫਿਰ ਉਹ ਇਨਸਾਨ ਇੱਕ ਮਰੀ ਹੋਈ ਆਤਮਾ ਵਾਲਾ ਇਨਸਾਨ ਹੈ. as home his footsteps he had turned from wandering on a foreign strand. ਵਿਦੇਸ਼ ਵਿੱਚੋਂ wandering ਘੁੰਮ ਕੇ ਜਦੋਂ ਉਹ ਆਪਣੇ ਘਰ ਵਾਪਸ ਆਉਂਦਾ ਹੈ. ਹੁਣ ਇੱਥੇ ਆਪਣਾ ਇੱਕ ਛੋਟਾ ਜਿਹਾ ਘਰ ਨਹੀਂ, ਆਪਣੇ ਦੇਸ਼ ਵਿੱਚ ਵਾਪਸ ਆਉਂਦਾ ਹੈ. ਇਫ ਸੱਚ, ਤੇ ਉਹ ਜਦੋਂ ਆਪਣੇ ਘਰ ਵਾਪਸ ਆਇਆ, ਅਗਰ ਉਸਦੇ ਦਿਲ ਵਿੱਚ ਆਪਣੇ ਦੇਸ਼ ਲਈ ਪਿਆਰ ਨਹੀਂ ਉਮੜਦਾ, ਫਿਰ ਉਹ ਇਨਸਾਨ ਕੌਣ ਹੈ, ਮਰਿਆ ਹੋਇਆ ਇਨਸਾਨ. ਇਫ ਸੱਚ ਦੇਅਰ ਬਰੀਥ ਗੋ ਮਾਰਕ ਹਿਮ ਵੈਲ. ਅਗਰ ਇੱਦਾਂ ਦਾ ਕੋਈ ਇਨਸਾਨ ਸਾਹ ਲੈ ਰਿਹਾ ਹੈ, ਜ਼ਿੰਦਾ ਹੈ, ਗੋ ਜਾਓ ਉਹਨੂੰ ਮਾਰਕ ਕਰ ਲਓ, ਮਤਲਬ ਉਹਨੂੰ ਪਹਿਚਾਨ ਲਓ.
For him no minstrel's rupture swell, ਕਿਉਂਕਿ ਉਹਦੇ ਲਈ ਕੋਈ ਵੀ minstrel ਕਵੀ poet rapture swell मतलब गाने या कवितावां नहीं लिखेगा। मतलब अगर कोई इंसान जिसनों अपने देश नाल प्यार नहीं है, ਜਿਹੜਾ ਵਿਦੇਸ਼ ਤੋਂ ਆ ਕੇ ਆਪਣੀ ਧਰਤੀ ਨੂੰ ਚੁੰਮਦਾ ਨਹੀਂ ਹੈ, ਉਸਨੂੰ ਪਿਆਰ ਉਸਦੇ ਅੰਦਰ ਨਹੀਂ ਉਮੜਦਾ, ਉਹ ਇਨਸਾਨ ਜਿਹੜਾ ਹੈ ਉਹ ਮਰਿਆ ਸਮਾਨ ਹੈ। ਔਰ ਕਵੀ ਵੀ ਕੋਈ ਉਹਨੂੰ ਉਸ ਕਿਸੇ ਵੀ ਕਵੀ ਨੂੰ ਉਸ ਕੋਲੋਂ ਪ੍ਰੇਰਨਾ ਹੀ ਨਹੀਂ ਮਿਲਦੀ। ਇਸ ਕਰਕੇ ਕੋਈ ਵੀ ਕਵੀ ਉਸ ਬਾਰੇ ਕੋਈ ਪੋਇਮ ਲਿਖਣ ਲਈ ਇੰਸਪਾਇਰ ਹੀ ਨਹੀਂ ਹੁੰਦਾ। ਹਾਏ ਦੋ ਹਿਸ ਟਾਈਟਲ, ਹੁਣ ਬੇਸ਼ੱਕ ਉਸ ਇਨਸਾਨ ਦੇ ਟਾਈਟਲ, ਬੇਸ਼ੱਕ ਉਸਦਾ ਉਪਾਧੀਆਂ ਬਹੁਤ ਹਾਈ ਹੋਣ, मतलब ਉਸ ਕੋਲੋਂ ਬਹੁਤ ਉੱਚੀਆਂ ਉੱਚੀਆਂ ਉਪਾਧੀਆਂ ਹੋਣ, ਬਹੁਤ ਹੀ ਹਾਈ ਪੋਜੀਸ਼ਨ 'ਤੇ ਹੋਏ। ਪ੍ਰਾਊਡ ਹਿਸ ਨੇਮ, ਔਰ ਉਸਦਾ ਨਾਮ ਵੀ ਬਹੁਤ ਜ਼ਿਆਦਾ ਹੋਏ। ਪ੍ਰਾਊਡ ਦਾ ਵੈਸੇ ਮਤਲਬ ਕੀ ਹੁੰਦਾ ਹੈ? ਮਾਣ ਹੋਣਾ। ਔਰ ਉਸਦਾ ਨਾਮ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੋਏ। ਪ੍ਰਾਊਡ ਕਿਸੇ ਬੜੇ ਹੀ ਮਾਣ ਵਾਲੀ ਫੈਮਿਲੀ ਨੂੰ ਬਿਲੋਂਗ ਕਰਦਾ ਹੋਏ। ਬਾਉਂਡਲੈਸ ਹਿਜ਼ ਵੈਲਥ, ਉਸ ਕੋਲੋਂ ਬੇਸ਼ੱਕ ਜਿੰਨੀ ਮਰਜ਼ੀ ਦੌਲਤ ਹੋਏ, ਵੈਲਥ ਦੌਲਤ, ਬਾਉਂਡਲੈਸ ਮਤਲਬ ਅਸੀਮਿਤ। ਐਜ਼ ਵਿਸ਼ ਕੈਨ ਕਲੇਮ, ਜਿੰਨੀ ਕਿ ਕੋਈ ਵਿਸ਼ ਕਰ ਸਕਦਾ ਕਿ ਕਾਸ਼ ਮੇਰੇ ਕੋਲ ਇੰਨੀ ਦੌਲਤ ਹੋਏ, ਉਨੀ ਉਸ ਇਨਸਾਨ ਕੋਲ ਹੋਏ। ਮਤਲਬ ਟਾਈਟਲ ਵੀ ਹੋਏ, ਨੇਮ ਵੀ ਹੋਏ, ਵੈਲਥ ਵੀ ਹੋਏ। ਡਿਸਪਾਈਟ ਦੋਜ਼ ਟਾਈਟਲ, ਪਾਵਰ ਐਂਡ ਪੈਲਫ, टाइटल नाम, पावर ताकत, पैल्फ दौलत, नाम ताकत दौलत दे, डिस्पाइट मतलब बावजूद। द रच कंसेंटर्ड ऑल इन सेल्फ, ओ बेचारा आदमी, ओ की है अपने ही सैल्फ विच कैद है, अपने ही गरूर विच ओ आदमी कैद है। ही इज़ नॉट अ प्राउड परसन, ਅਸੀਂ ਉਹਨੂੰ ਇਹ ਨਹੀਂ ਕਹਾਂਗੇ ਕਿ ਹਾਂ ਬੜਾ ਮਾਣ ਵਾਲਾ ਆਦਮੀ ਹੈ, ਬਲਕਿ ਅਸੀਂ ਉਹਨੂੰ ਵਿਚਾਰਾ ਜਿਹਾ ਪੂਅਰ ਇਨਸਾਨ ਕਹਾਂਗੇ ਜਿਹੜਾ ਆਪਣੇ ਹੀ ਅੰਦਰ ਕੈਦ ਹੈ। ਲਿਵਿੰਗ ਸ਼ੈਲ ਫੋਰਫੀਟ ਫੇਅਰ ਰਿਨੋਨ ਐਂਡ ਡਬਲੀ ਡਾਈਂਗ ਸ਼ੈਲ ਗੋ ਡਾਊਨ, ਕਹਿੰਦਾ ਜਦੋਂ ਜ਼ਿੰਦਾ ਹੈ ਤੇ ਉਹ ਇੱਕ ਮਰਿਆਂ ਦੇ ਸਮਾਨ ਹੈ। ਉਸਨੇ ਆਪਣਾ ਜਿਹੜਾ ਹੈ ਪੂਰਵਜਾਂ ਦਾ ਨਾਮ ਹੀ ਜਿਹੜਾ ਹੈ ਇੱਕ ਤਰ੍ਹਾਂ ਦਾ ਖਰਾਬ ਕੀਤਾ ਹੈ। मतलब वो अगर जिंदा भी है तो मरिया समान है। एंड डबली डाइंग शैल गो डाउन, और जदों वो असली विच मर जाता है तो समझो उसकी दूसरी बारी मौत हुंदी है। टू द वाइल्ड डस्ट शैल गो डाउन, आफ्टर कहता जदों दी डैथ हो जाती है, शैल गो डाउन टू द वाइल्ड डस्ट, वो मिट्टी च मिल जाता है। किस मिट्टी विच? फ्रॉम वैंस ही स्प्रंग, जिथों वो पैदा होया सी। मतलब ਅਸੀਂ ਸਾਰੇ ਹਿਊਮਨ ਬੀਇੰਗ ਮਿੱਟੀ ਤੋਂ ਹੀ ਬਣੇ ਹੈ ਔਰ ਮਿੱਟੀ ਵਿੱਚ ਹੀ ਐਂਡ ਵਿੱਚ ਮਿਲ ਜਾਣਾ ਹੈ। ਹੁਣ ਕਹਿੰਦਾ ਜਦੋਂ ਮਰ ਜਾਂਦਾ ਹੈ ਉਹ ਮਿੱਟੀ 'ਚ ਮਿਲ ਜਾਂਦਾ ਹੈ। ਅਨਵੈਪਡ, ਅਨऑनर्ड ਐਂਡ ਅਨਸੰਗ। ਅਨਵੈਪਡ ਉਹਦੇ ਲਈ ਕੋਈ ਨਹੀਂ ਰੋਂਦਾ, ਅਨऑनर्ड ਉਹਨੂੰ ਕੋਈ ਸਨਮਾਨ ਨਹੀਂ ਦਿੰਦਾ, ਐਂਡ ਅਨਸੰਗ ਕੋਈ ਵੀ ਕਵੀ ਉਸ ਲਈ ਕੋਈ ਗੀਤ ਨਹੀਂ ਲਿਖਦਾ, ਕੋਈ ਪੋਇਮ ਨਹੀਂ ਲਿਖਦਾ। ਮਤਲਬ ਹੁਣ ਦੇਖੋ ਜਦੋਂ ਕੋਈ ਸਾਡੇ ਕੋਈ ਸੈਨਿਕ ਦੀ ਡੈਥ ਹੁੰਦੀ ਹੈ ਜਾਂ ਕੋਈ ਬਹੁਤ ਹੀ ਵਧੀਆ ਸੋਸ਼ਲ ਵਰਕਰ ਦੀ ਡੈਥ ਹੁੰਦੀ ਹੈ ਤੇ ਲੋਕ ਉਹਨੂੰ ਬਹੁਤ ਔਨਰ ਕਰਦੇ ਹੈ। ਕਈ ਵਾਰੀ ਕੋਈ ਰੋਡ ਦਾ ਨਾਮ, ਕੋਈ ਪਿੰਡ ਦਾ ਨਾਮ ਜਾਂ ਕਿਸੇ ਲੇਨ ਦਾ ਨਾਮ ਉਹਨਾਂ ਦੇ ਨਾਮ 'ਤੇ ਰੱਖਿਆ ਜਾਂਦਾ ਹੈ ਔਰ ਕਈ ਕਵੀ ਵੀ ਉਹਨਾਂ ਬਾਰੇ ਕਵਿਤਾਵਾਂ ਲਿਖਦੇ ਹੈ। ਪਰ ਜੇ ਕੋਈ ਪੈਟਰੀਓਟਿਕ ਹੋਏਗਾ ਤਾਂ ਹੀ ਕੁਝ ਬਾਕੀ ਲੋਕ ਉਹਦੇ ਲਈ ਕੁਛ ਇਸ ਤਰ੍ਹਾਂ ਦਾ ਕਰੇਗੇ। ਪਰ ਅਗਰ ਕੋਈ ਦੇਸ਼ ਭਗਤ ਨਹੀਂ ਹੈ ਤੇ ਫਿਰ ਕੋਈ ਉਹਨੂੰ ਉਸਦੀ ਮੌਤ ਤੋਂ ਬਾਅਦ ਯਾਦ ਵੀ ਨਹੀਂ ਰੱਖਦਾ। ਹੁਣ ਬੇਟਾ ਇਹਦੀ ਅਸੀਂ ਸੈਂਟਰਲ ਆਈਡੀਆ ਵੀ ਡਿਸਕਸ ਕਰ ਲੈਂਦੇ ਹਾਂ। ਫਸਟ ਟੂ ਲਾਈਨਸ ਜਿੱਦਾਂ ਮੈਂ ਤੁਹਾਨੂੰ ਆਲਰੇਡੀ ਕਹਿੰਦੀ ਹੁੰਦੀ ਹਾਂ ਕਿ ਆਪਣੀਆਂ ਆਲਮੋਸਟ ਫਸਟ ਟੂ ਲਾਈਨਸ ਸੇਮ ਹੋ ਸਕਦੀਆਂ ਹੈ, ਪੋਇਮ ਦਾ ਸਿਰਫ ਨਾਮ ਹੀ ਚੇਂਜ ਕਰਨਾ ਹੁੰਦਾ। ਔਰ ਇਹਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਵੀ ਐਡ ਕਰ ਸਕਦੇ ਹੋ, ਤੁਸੀਂ ਫਸਟ ਲਾਈਨ ਵਿੱਚ ਪੋਇਟ ਦਾ ਨਾਮ ਵੀ ਐਡ ਕਰ ਸਕਦੇ ਹੋ। ਜਿੱਦਾਂ ਇਹ ਪੋਇਮ ਕਿਹਨੇ ਲਿਖਿਆ ਹੈ? ਵਾਲਟਰ ਸਕੋਟ ਨੇ। ਸੋ ਯੂ ਕੈਨ ਰਾਈਟ ਫਸਟ ਲਾਈਨ, ਮਾਈ ਨੇਟਿਵ ਲੈਂਡ ਇਜ਼ this poem is written by Walter Scott.
माई नेटिव लैंड इज़ अ वेरी इंस्पायरिंग पोएम। यह बड़ी प्रेरणा देने वाली पोएम है। इट गिव्स अस अ थॉट प्रोवोकिंग मैसेज। थॉट प्रोवोकिंग मतलब साडी सोच नूं जगाण वाला मैसेज। साडी सोच ते वो एक तरह का वार करता है, मतलब साडी भी सोच फिर उस तरह की हो जाती है। अगर असी कभी पैट्रियटिज्म बारे नहीं सोचा तो पोएम पढ़ के इन रियलिटी असी भी अपने देश से मान फील करते हैं। दिस पोएम इज़ फुल ऑफ पैट्रियटिज्म। यह पोएम पूरी तरह देशभक्ति नाल भरी हुई है। इन इट पोएट टेल्स अस दैट, इस विच कवि सानू कहता है, पैट्रियटिज्म शुड बी द फर्स्ट क्वालिटी इन एवरी मैन। कहता हर इंसान विच जेड़ी फर्स्ट क्वालिटी की होनी चाहिए है, पैट्रियटिज्म, देशभक्ति। विदाउट दिस क्वालिटी, इस क्वालिटी तो बिना ऑल अदर थिंग्स आर यूजलेस, बाकी सारी चीज़ां बेकार है। अ मैन हू डज नॉट लव हिज कंट्री, एक इंसान जेड़ा अपने देश नू प्यार नहीं करता, इज़ एज गुड एज डेड, वो एक मरे इज़ एज गुड एज डेड मतलब मरे हुए इंसान के समान है। ही इज़ अ रैच्ड परसन, वो एक तरह का रैच्ड परसन है, बेचारा परसन है। उसनू असी यह नहीं, बेशक वो जिन्ना मर्जी अमीर होए, असी ਉਹਨੂੰ ਉਹਦਾ नाम बड़े ही वधिया तरीके नाल नहीं लवांगे। ही हैज़ अ डैड सोल, उसकी आत्मा मरी हुंदी है। ही डाइज अनवेप्ड, अनऑनर्ड एंड अनसंग, और वो किस तरह मरता है, अनवेप्ड, अनऑनर्ड और अनसंग, मतलब कोई उस बारे गाने नहीं गाता और कोई पोएट पोएम्स नहीं लिखता, अनऑनर्ड कोई उन्हें सम्मान नहीं देता, अनवेप्ड कोई उस लिए रोंदा नहीं है। आई थिंक तुहानू यह पोएम हुण क्लीयर हो गई होएगी। बेटा इहदे जिहड़े तुहानू रैफरेंस टू द कॉन्टैक्सट आने हैं वो भी तुसी लर्न कर लेने। कुछ नहीं, ਜਦੋਂ ਅਸੀਂ ਰੈਫਰੈਂਸ ਟੂ ਦ ਕੰਟੈਕਸਟ ਲਿਖਦੇ ਹਾਂ, ਸਾਡਾ ਜਿਹੜਾ ਰੈਫਰੈਂਸ ਹੈ ਉਹ ਸੇਮ ਹੀ ਹੁੰਦਾ ਹੈ। ਥੀਸ ਲਾਈਨਸ ਹੈਵ ਬੀਨ ਟੇਕਨ ਫਰੋਮ ਦ ਪੋਇਮ ਮਾਈ ਨੇਟਿਵ ਲੈਂਡ ਐਂਡ ਰਿਟਨ ਬਾय ਸਰ ਵਾਲਟਰ ਸਕॉट। ਉਸ ਤੋਂ ਬਾਅਦ ਅਸੀਂ ਇਹਦਾ ਸੈਂਟਰਲ ਆਈਡੀਆ ਜਿਹੜਾ ਹੈ, ਫਿਰ ਬੇਟਾ ਅਸੀਂ ਉਹਦੇ ਵਿੱਚ ਸੈਂਟਰਲ ਆਈਡੀਆ ਦੀ ਕੋਈ ਲਾਈਨ ਜਿਹੜੀ ਹੈ ਉਹ ਲਿਖ ਸਕਦੇ ਹਾਂ। ਜਿੱਦਾਂ ਦਿਸ ਪੋਇਮ ਇਜ਼ ਫੁੱਲ ਆਫ ਪੈਟਰੀਓਟਿਜ਼ਮ, in it poet tells us that patriotism should be the first quality in every man। सो ਇਹ फस्ट टू लाइन्स ਜਿਹੜੀਆਂ ਹੈ ਅਸੀਂ ਰੈਫਰੈਂਸ ਟੂ ਦ ਕੰਟੈਕਸਟ ਵਿੱਚ ਲਿਖ ਸਕਦੇ ਹਾਂ। ਉਸ ਤੋਂ ਬਾਅਦ ਫਿਰ ਜੋ ਉਸ ਪੋਇਮ ਦੇ ਸਟੈਂਦਾ ਵਿੱਚ ਪੁੱਛਿਆ ਹੋਏਗਾ ਉਸ ਬਾਰੇ ਅਸੀਂ ਐਕਸਪਲੇਨੇਸ਼ਨ ਵਿੱਚ ਲਿਖਣਾ ਹੈ। ਜਦੋਂ ਅਸੀਂ ਐਕਸਪਲੇਨੇਸ਼ਨ ਵੀ ਕਰਦੇ ਹਾਂ ਉਸ ਟਾਈਮ ਵੀ ਅਸੀਂ ਸੈਂਟਰਲ ਆਈਡੀਆ ਦੀ ਇੱਕ ਜਾਂ ਦੋ ਲਾਈਨਸ ਵਿੱਚ ਐਡ ਕਰ ਸਕਦੇ ਹਾਂ ਆਪਣੇ ਹੀ ਸਮਝ ਦੇ ਨਾਲ। ਠੀਕ ਹੈ ਬੇਟਾ, आई थिंक ਹੁਣ ਤੁਹਾਨੂੰ ਇਹ ਸਾਰਾ ਕਲੀਅਰ ਹੋ ਗਿਆ ਹੋਏਗਾ ਔਰ ਇਸ ਨੂੰ ਤੁਸੀਂ ਨਾਲ ਦੇ ਨਾਲ लर्न भी कर लेना है। ठीक है बेटा, थैंक यू, हैव अ फ्रूटफुल